ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਸ਼ੱਕ ਕਈ ਵਾਰੀ ਜਦੋਂ ਕਿਸੇ ਚਲੰਤ ਮਸਲੇ ਦੇ ਉੱਪਰ ਵਿਚਾਰ ਸਾਂਝੇ ਕੀਤੇ ਜਾਂਦੇ ਨੇ, ਉਹ ਚਾਹੇ ਸਮਾਜਿਕ ਹੋਵੇ ਜਾਂ ਫਿਰ ਉਹ ਰਾਜਨੀਤਿਕ ਹੋਵੇ, ਤਾਂ ਅਕਸਰ ਮੇਰੇ ਵਰਗੇ ਵਿਅਕਤੀ ਦੇ ਥੱਲੇ ਬਹੁਤ ਸਾਰੇ ਕਮੈਂਟ ਇਵੇਂ ਦੇ ਆ ਜਾਂਦੇ ਆ, ਜੀ ਤੁਹਾਡਾ ਕੰਮ ਤਾਂ ਇਤਿਹਾਸਕਾਰੀ ਦੇ ਨਾਲ ਸੰਬੰਧਿਤ ਹੈ, ਤੁਸੀਂ ਇਤਿਹਾਸ ਦੀ ਗੱਲ ਕਰੋ, ਸਮਾਜਿਕ ਜਾਂ ਵਰਤਮਾਨ ਵਰਤਾਰਿਆਂ ਦੇ ਉੱਪਰ ਤੁਹਾਨੂੰ ਗੱਲ ਨਹੀਂ ਕਰਨੀ ਚਾਹੀਦੀ, ਜਾਂ ਰਾਜਨੀਤਿਕ ਵਿਸ਼ਲੇਸ਼ਣ ਕੋਈ ਨਹੀਂ ਕਰਨਾ ਚਾਹੀਦਾ। ਪਰ ਮੇਰੀ ਇਹ ਸੋਚ ਹੈ ਕਿ ਜਿਹੜੇ ਵੀ ਸਮਾਜ ਦੇ ਵਿੱਚ ਵਰਤਾਰੇ ਵਾਪਰ ਰਹੇ ਹੁੰਦੇ ਨੇ, ਉਹਨਾਂ ਨੇ ਵੀ ਕੱਲ੍ਹ ਨੂੰ ਇਤਿਹਾਸ ਦਾ ਇੱਕ ਹਿੱਸਾ ਬਣਨਾ ਹੁੰਦਾ ਹੈ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇੱਕ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਮੇਰੀ ਇੱਕ ਤਰ੍ਹਾਂ ਦੇ ਨਾਲ ਇਹ ਫਰਜ਼ ਵੀ ਬਣਦਾ, ਡਿਊਟੀ ਵੀ ਬਣਦੀ ਹੈ ਕਿ ਜਿਹੜੇ ਵਰਤਮਾਨ ਵਰਤਾਰੇ ਨੇ, ਜਿਨ੍ਹਾਂ ਦਾ ਬਹੁ-ਦਿਸ਼ਾਵੀ ਚਿੰਤਨ ਹੋ ਸਕਦਾ ਹੈ ਕਿ ਬੇਸ਼ੱਕ ਉਹ ਵਰਤਾਰੇ ਬੜੇ ਛੋਟੇ ਹੁੰਦੇ ਨੇ, ਪਰ ਉਹਨਾਂ ਦਾ ਪ੍ਰਭਾਵ ਜਿਹੜਾ ਹੈ ਉਹ ਇੱਕ ਖਾਸ ਮਾਨਸਿਕਤਾ ਦੇ ਉੱਪਰ ਬਹੁਤ ਵੱਡਾ ਹੁੰਦਾ ਹੈ। ਸੋ ਮੇਰੀ ਕਿਤੇ ਨਾ ਕਿਤੇ ਕੋਸ਼ਿਸ਼ ਇਹ ਜ਼ਰੂਰ ਹੁੰਦੀ ਹੈ ਕਿ ਜਿਹੜੇ ਉਹ ਵਰਤਾਰੇ ਜਿਹੜੇ ਸਮਾਜ ਦੇ ਨਾਲ ਜੁੜੇ ਹੋਏ ਨੇ, ਜਿਹੜੇ ਰਾਜਨੀਤੀ ਨਾਲ ਜੁੜੇ ਹੋਏ ਨੇ, ਜਿਹੜੇ ਖਾਸ ਕਰਕੇ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੇ ਨੇ, ਤਾਂ ਉਹਨਾਂ ਦੇ ਉੱਪਰ ਕੁਝ ਵਿਚਾਰ ਜ਼ਰੂਰ ਸਾਂਝੇ ਕੀਤੇ ਜਾਣ। ਕਿਉਂਕਿ ਜੇ ਅੱਜ ਉਹਨਾਂ ਦੇ ਉੱਪਰ ਵਿਚਾਰ ਸਾਂਝੇ ਨਹੀਂ ਕਰਾਂਗੇ ਤਾਂ ਅੱਜ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਅਲਾਮਤਾਂ ਨੇ, ਕੱਲ੍ਹ ਨੂੰ ਵੱਡੀਆਂ ਬਿਮਾਰੀਆਂ ਦੇ ਰੂਪ 'ਚ ਪ੍ਰਗਟ ਹੋਣਗੀਆਂ। ਮਿਸਾਲ ਦੇ ਤੌਰ 'ਤੇ ਇੰਦਰਜੀਤ ਨਿੱਕੂ ਇੱਕ ਗਾਇਕ, ਜਿਸ ਦੀ ਇੱਕ ਡੇਰੇ ਵਾਲੇ ਬਾਬੇ ਕੋਲ ਜਾਣ ਦੀ ਜਿਹੜੀ ਵੀਡੀਓ ਆ ਉਹ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਆਈ। ਮਸਲਾ ਜਿਹੜਾ ਉਹ ਬਹੁਤ ਭਖਿਆ ਔਰ ਸਾਡੇ ਸਾਰੇ ਸੁਹਿਰਦ ਵੀਰਾਂ ਨੇ ਬਹੁਤ ਪੱਖਾਂ ਤੋਂ ਉਸ ਦਾ ਅਧਿਐਨ ਵੀ ਕੀਤਾ। ਮੇਰਾ ਨਜ਼ਰੀਆ ਥੋੜ੍ਹਾ ਜਿਹਾ ਜਿੱਥੇ ਉਹਨਾਂ ਵੀਰਾਂ ਦੇ ਨਾਲ ਰਾਏ ਵੀ ਰੱਖਦਾ ਹੈ, ਉੱਥੇ ਨਾਲ ਥੋੜ੍ਹਾ ਜਿਹਾ ਇੱਕ ਗੱਲ ਤੋਂ ਭਿੰਨ ਹੈ ਕਿ ਦਰਅਸਲ ਇਸ ਸਾਰੇ ਵਰਤਾਰੇ ਦਾ ਜਦੋਂ ਅਸੀਂ ਕਈ ਪੱਖਾਂ ਤੋਂ ਅਧਿਐਨ ਕਰਨਾ ਹੈ ਤਾਂ ਇਹਦਾ ਜਿਹੜਾ ਮੂਲ, ਜਿਹੜੀ ਇਹਦੀ ਜੜ੍ਹ ਹੈ, ਉਸ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ ਕਿ ਲੋਕ ਅਜਿਹੇ ਬਾਬਿਆਂ ਦੇ ਕੋਲ ਕਿਉਂ ਜਾਂਦੇ ਨੇ। ਦੂਜਾ, ਸਾਡੇ ਸਾਹਮਣੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਇੱਕ ਪੰਜਾਬ ਦਾ ਮਸ਼ਹੂਰ ਗਾਇਕ ਇੱਕ ਛੋਟੀ ਜਿਹੀ ਸਮੱਸਿਆ ਦੇ ਕਰਕੇ ਉਸ ਡੇਰੇਦਾਰ ਦੇ ਪੈਰਾਂ ਦੇ ਵਿੱਚ ਜਾ ਬੈਠਾ, ਤੇ ਆਮ ਲੋਕ, ਤੁਸੀਂ ਸੋਚੋ ਕਿ ਉਹ ਆਮ ਲੋਕ ਇਹਨਾਂ ਤੋਂ ਕਿੰਨੇ ਜ਼ਿਆਦਾ ਪ੍ਰਭਾਵਿਤ ਹੁੰਦੇ ਹੋਣਗੇ, ਜਿਨ੍ਹਾਂ ਦੀਆਂ ਸਮੱਸਿਆਵਾਂ ਇੰਦਰਜੀਤ ਨਿੱਕੂ ਤੋਂ ਕਿਤੇ ਵੱਡੀਆਂ ਨੇ। ਤੇ ਜਾਂ ਦੂਜੇ ਸ਼ਬਦਾਂ ਵਿੱਚ, ਜਦੋਂ ਇੱਕ ਵੱਡੇ ਚਿਹਰੇ ਨੂੰ ਉੱਥੇ ਬੈਠਾ ਵੇਖਣਗੇ ਤੇ ਉਹਦੇ ਨਾਲ ਕੀ ਹੋਵੇਗਾ ਕਿ ਲੋਕਾਂ ਦੇ ਮਨਾਂ ਵਿੱਚ ਇਹਦਾ ਪ੍ਰਭਾਵ ਉਸ ਡੇਰੇਦਾਰ ਪ੍ਰਤੀ ਜਾਂ ਉਸ ਪਖੰਡੀ ਦੇ ਪ੍ਰਤੀ ਬੜਾ ਸਾਰਥਿਕ ਤੌਰ ਦੇ ਉੱਪਰ ਜਨਮ ਲਵੇਗਾ ਕਿ ਸ਼ਾਇਦ ਉਸ ਦੇ ਕੋਲ ਜਾਣ ਦੇ ਨਾਲ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ। ਸੋ ਮੈਂ ਅਕਸਰ ਵੀ ਇੱਕ ਦੋ ਵਾਰੀ ਆਪਣੇ ਵਿਖਿਆਨਾਂ ਦੇ ਵਿੱਚ ਵੀ ਇੱਕ ਗੱਲ ਸਾਂਝੀ ਕੀਤੀ ਹੈ ਕਿ ਇਹ ਜਿਹੜੀ ਐਸਟੈਬਲਿਸ਼ਮੈਂਟ ਹੈ, ਇਹ ਜਿਹੜੀ ਸਥਾਪਤੀ ਹੈ ਅਜਿਹੇ ਬਾਬਿਆਂ ਦੀ ਜਾਂ ਅਜਿਹੇ ਦੇਹਧਾਰੀ ਬਾਬਿਆਂ ਦੀ, ਦੇਹਧਾਰੀ ਗੁਰੂਆਂ ਦੀ, ਦੇਹਧਾਰੀ ਗੁਰੂਡਮ ਦੀ, ਇਹ ਜਿੰਨੀ ਵੀ ਐਸਟੈਬਲਿਸ਼ਮੈਂਟ ਹੈ, ਇਹਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਕਿਉਂਕਿ ਇਹਦਾ ਜਿਹੜਾ ਪ੍ਰਭਾਵ ਹੈ ਉਹ ਇੱਕ ਡੇਰੇ ਤੱਕ ਸੀਮਤ ਨਹੀਂ ਰਹਿੰਦਾ, ਉਹ ਸਾਰੇ ਸਮਾਜ ਦੇ ਉੱਪਰ ਜਾਂਦਾ ਹੈ। ਸਮਾਜ ਦੇ ਨਾਲ ਆਰਥਿਕਤਾ ਦੇ ਉੱਪਰ ਪ੍ਰਭਾਵ ਪੈਂਦਾ ਹੈ, ਉਹਦੇ ਨਾਲ ਨਾਲ ਇਹ ਰਾਜਨੀਤੀ ਨੂੰ ਪ੍ਰਭਾਵਿਤ ਕਰਦਾ। ਹੁਣ ਤੁਹਾਡੇ ਸਾਹਮਣੇ ਸਵਾਲ ਪੈਦਾ ਹੋਵੇਗਾ ਕਿ ਕਿਵੇਂ ਪ੍ਰਭਾਵਿਤ ਕਰਦਾ। ਮਿਸਾਲ ਦੇ ਤੌਰ 'ਤੇ ਇੱਕ ਰਾਜਨੀਤਿਕ ਵਿਅਕਤੀ ਨੂੰ ਕੇਵਲ ਤੇ ਕੇਵਲ ਵੋਟਾਂ ਦੀ ਲੋੜ ਹੁੰਦੀ ਹੈ, ਤੇ ਵੋਟਾਂ ਜਿਹੜੀਆਂ ਹੁੰਦੀਆਂ ਉਹ ਲੋਕਾਂ ਦੀ ਬਹੁ ਗਿਣਤੀ ਹੁੰਦੀ ਹੈ। ਇਹ ਜਿਹੜੇ ਬਾਬੇ ਨੇ, ਜਦੋਂ ਇਹਨਾਂ ਕੋਲ ਬਹੁਤ ਸਾਰੇ ਲੋਕ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਬਹੁਤ ਲੋਕ ਜਿਹੜੇ ਇਹਨਾਂ ਦੇ ਚੇਲੇ ਜਾਂ ਫਿਰ ਇਹਨਾਂ ਦੇ ਕਹਿ ਸਕਦੇ ਹੋ ਮੁਰੀਦ ਬਣ ਜਾਂਦੇ ਨੇ। ਮੈਂ ਹੋਰ ਸ਼ਬਦ ਨਹੀਂ ਵਰਤਣਾ। ਜਿਹੜੇ ਇਸ ਤਰ੍ਹਾਂ ਦੇ ਮੁਰੀਦ ਬਣ ਜਾਂਦੇ ਨੇ, ਉੱਥੇ ਰਾਜਨੀਤਿਕ ਵਿਅਕਤੀ ਜਿਹੜਾ ਹੈ ਉਹ ਸੋਚਦਾ ਹੈ ਕਿ ਮੈਂ 20, 30, 40, 50 ਲੋਕਾਂ ਦੇ ਘਰਾਂ 'ਚ ਜਾਣ ਦੇ ਨਾਲੋਂ ਜੇਕਰ ਉਸ ਇਕੱਲੇ ਬਾਬੇ ਨੂੰ ਹੀ ਆਪਣੇ ਨਾਲ ਜੋੜ ਲਵਾਂ ਤਾਂ ਜਿੰਨੀ ਉਸ ਦੀ ਮੁਰੀਦਗੀ ਹੈ ਉਹ ਸਾਰੀ ਮੇਰਾ ਵੋਟ ਬੈਂਕ ਬਣ ਜਾਂਦੀ ਹੈ। ਜਦੋਂ ਉਸ ਬਾਬੇ ਦੇ ਕੋਲ ਇਵੇਂ ਦੇ ਰਾਜਨੀਤਿਕ ਵਿਅਕਤੀ ਜਿਹੜੇ ਹੁੰਦੇ ਨੇ ਜਾਂ ਮਸ਼ਹੂਰ ਹਸਤੀਆਂ ਹੁੰਦੀਆਂ ਨੇ, ਜਦੋਂ ਉਹ ਉਹਦੇ ਨਾਲ ਜੁੜਦੀਆਂ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਆਰਥਿਕ ਤੌਰ ਦੇ ਉੱਪਰ ਜੁੜਿਆ ਹੋਇਆ ਵਪਾਰੀ ਜਾਂ ਉਦਯੋਗਪਤੀ ਵਰਗ ਹੈ, ਉਹ ਵੀ ਬਾਬੇ ਦੇ ਕੋਲ ਜ਼ਰੂਰ ਜਾਂਦਾ ਹੈ ਕਿ ਬਾਬੇ ਦੇ ਰਾਜਨੀਤਿਕ ਸੰਬੰਧ ਉੱਚ ਹਸਤੀਆਂ ਦੇ ਨਾਲ ਨੇ, ਤੇ ਜੇਕਰ ਮੈਂ ਕੋਈ ਰਾਜਨੀਤੀ ਤੋਂ ਕੰਮ ਕਢਾਉਣਾ ਹੈ ਤੇ ਬਾਬਾ ਇੱਕ ਵਧੀਆ ਬ੍ਰਿਜ ਦਾ ਕੰਮ ਜਿਹੜਾ ਉਹ ਕਰ ਸਕਦਾ ਹੈ। ਸੋ ਪਰ ਇਹਦੇ ਮੂਲ ਕਾਰਨ ਕੀ ਨੇ? ਪਹਿਲੀ ਗੱਲ ਤਾਂ ਇਹ ਹੈ ਕਿ ਜੇ ਇਹਨਾਂ ਸਾਰੇ ਵਰਤਾਰਿਆਂ ਦਾ ਆਰਥਿਕਤਾ ਦੇ ਉੱਪਰ, ਸਮਾਜ ਦੇ ਉੱਪਰ, ਰਾਜਨੀਤੀ ਦੇ ਉੱਪਰ ਅਸਰ ਪੈਂਦਾ ਹੈ ਤਾਂ ਆ ਜਾ ਕੇ ਕਾਰਨ ਤਾਂ ਅਸੀਂ ਲੋਕ ਨਾ, ਤੇ ਉਸ ਕਾਰਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਪਹਿਲਾ ਕਾਰਨ ਹੁੰਦਾ ਹੈ ਆਰਥਿਕਤਾ, ਤੇ ਉਸ ਤੋਂ ਬਾਅਦ ਉਹਦੇ ਨਾਲ ਨਾਲ ਉਸ ਆਰਥਿਕਤਾ ਦੇ ਬਾਰੇ ਮਨੁੱਖ ਦੇ ਉੱਪਰ ਬਣਿਆ ਹੋਇਆ ਮਾਨਸਿਕ ਤਣਾਅ।
ਤੇ ਕਿਤੇ ਨਾ ਕਿਤੇ ਇਹ ਜਿਹੜਾ ਮਾਨਸਿਕ ਤਣਾਅ ਹੈ, ਜਿੱਥੇ ਜਾ ਕੇ ਬੰਦਾ ਡੋਲ ਜਾਂਦਾ ਹੈ, ਜਦੋਂ ਕਿ ਜਿਹੜਾ ਮੈਨੂੰ ਬੜੀ ਵਧੀਆ ਲੱਗਦੇ ਨੇ ਪ੍ਰੋਫੈਸਰ ਪੂਰਨ ਸਿੰਘ ਦੇ ਉਹ ਸ਼ਬਦ ਕਿ ਜਿਹੜਾ ਸਿੱਖੀ ਹੈ ਉਹ ਹੈ ਕੀ ਹੈ। ਉਹ ਕਹਿੰਦੇ ਨੇ ਕਿ ਸਿੱਖੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਤੇ ਚੜ੍ਹਦੀ ਕਲਾ ਦੇ ਵਿੱਚ ਹੀ ਮਨੁੱਖ ਨੇ ਹਮੇਸ਼ਾ ਆਪਣੀ ਸੁਰਤ ਨੂੰ ਚੜ੍ਹਦੀ ਕਲਾ ਦੇ ਨਿਵਾਸ ਦੇ ਵਿੱਚ ਰੱਖਣਾ ਹੈ। ਉਹ ਬੜੇ ਪਿਆਰੇ ਸ਼ਬਦਾਂ 'ਚ ਕਹਿੰਦੇ ਨੇ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਸੋ ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਅਸੀਂ ਗੁਰਮਤਿ ਵਿਚਾਰਧਾਰਾ ਦੇ ਚੜ੍ਹਦੀ ਕਲਾ ਦੇ ਸੰਕਲਪ ਤੋਂ ਦੂਰ ਜਾਂਦੇ ਹਾਂ ਤੇ ਮਾਨਸਿਕ ਤਣਾਅ ਦੇ ਕਿਤੇ ਨਾ ਕਿਤੇ ਅਸੀਂ ਸ਼ਿਕਾਰ ਹੋ ਜਾਂਦੇ ਹਾਂ। ਸੋ ਇਸ ਮਾਨਸਿਕ ਪਰੇਸ਼ਾਨੀ ਦੇ ਜਿਹੜੇ ਕਾਰਨ ਨੇ ਉਹ ਆਰਥਿਕ ਵੀ ਹੋ ਸਕਦੇ ਨੇ, ਨੇਮ ਐਂਡ ਫੇਮ ਵੀ ਹੋ ਸਕਦਾ ਹੈ। ਉਹਦਾ ਵੀ ਇੱਕ ਨੇਮ ਐਂਡ ਫੇਮ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਕਿ ਜਦੋਂ ਮਨੁੱਖ ਦੇ ਕੋਲ ਬਹੁਤ ਜ਼ਿਆਦਾ ਪੈਸਾ ਆਉਂਦਾ ਹੈ, ਬਹੁਤ ਜ਼ਿਆਦਾ ਨਾਮ ਬਣਦਾ ਹੈ, ਲੋਕਾਂ ਦੇ ਵਿੱਚ ਚਰਚਾ ਹੁੰਦੀ ਹੈ, ਤੇ ਉਹ ਮਨੁੱਖ ਹਮੇਸ਼ਾ ਇਹ ਸੋਚਦਾ ਹੈ ਕਿ ਇਹ ਸਭ ਕੁਝ ਇਸੇ ਤਰ੍ਹਾਂ ਹੀ ਬਰਕਰਾਰ ਰਹੇਗਾ। ਉਹਦੇ ਨਾਲ ਕੀ ਹੁੰਦਾ ਹੈ ਕਿ ਮਨੁੱਖ ਆਪਣੇ ਜਿਹੜੇ ਖਰਚੇ ਨੇ ਉਹ ਮੱਧ ਵਰਗੀ ਖਰਚਿਆਂ ਤੋਂ ਵਧਾ ਕੇ ਬਹੁਤ ਉੱਪਰਲੇ ਦਰਜੇ ਦੇ ਵਿੱਚ ਲੈ ਜਾਂਦਾ ਹੈ, ਤੇ ਉਹ ਆਪਣੇ ਭਵਿੱਖ ਬਾਰੇ ਨਹੀਂ ਸੋਚਦਾ ਕਿ ਇਹ ਜਿਹੜੇ ਦਿਨ ਨੇਮ ਤੇ ਫੇਮ ਦੇ ਦਿਨ ਜਿਹੜੇ ਖਾਸ ਕਰਕੇ ਮਨੁੱਖ ਦੇ ਜੋਬਨ ਦੇ ਨਾਲ, ਮਨੁੱਖ ਦੀ ਕਲਾਕਾਰੀ ਦੇ ਨਾਲ, ਮਨੁੱਖ ਦੀ ਅਦਾਕਾਰੀ ਦੇ ਨਾਲ, ਮਨੁੱਖ ਦੇ ਬੋਲ ਚਾਲ ਦੇ ਨਾਲ, ਜਾਂ ਮਨੁੱਖ ਦੇ ਆਪਣੇ ਅਦਾਕਾਰ ਹੋਣ ਦੇ ਨਾਲ ਜੁੜੇ ਹੁੰਦੇ ਨੇ, ਇਹ ਹਮੇਸ਼ਾ ਸਦੀਵੀ ਨਹੀਂ ਰਹਿੰਦੇ। ਪਰ ਮਨੁੱਖ ਇਹ ਸੋਚ ਰਿਹਾ ਹੁੰਦਾ ਹੈ ਕਿ ਇਹ ਵਰਤਾਰਾ ਸਦੀਵੀ ਇੰਜ ਹੀ ਰਹੇਗਾ, ਪਰ ਇਹ ਕਦੀ ਵੀ ਰਹਿੰਦਾ ਨਹੀਂ। ਸੋ ਉਸ ਅਵਸਥਾ 'ਚ ਜਾ ਕੇ ਅਸੀਂ ਭਵਿੱਖ ਦੇ ਬਾਰੇ ਸੋਚਣਾ ਛੱਡ ਦਿੰਦੇ ਹਾਂ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਇਵੇਂ ਦੇ ਲੋਕ, ਮੈਂ ਕੇਵਲ ਇੰਦਰਜੀਤ ਨਿੱਕੂ ਦੀ ਗੱਲ ਨਾ ਕਰਾਂ ਤਾਂ ਫਿਲਮ ਇੰਡਸਟਰੀ ਤੋਂ ਲੈ ਕੇ ਗਾਇਕੀ ਦੀ ਕਹਿ ਸਕਦੇ ਹੋ ਖੇਤਰ ਦੇ ਵਿੱਚ ਤੁਸੀਂ ਬਹੁਤ ਸਾਰੇ ਐਸੇ ਲੋਕਾਂ ਨੂੰ ਵੇਖਿਆ ਹੋਵੇਗਾ ਜਿਨ੍ਹਾਂ ਦੇ ਬਾਰੇ ਬਾਅਦ ਦੇ ਵਿੱਚ ਇਹ ਹੁੰਦਾ ਜੀ ਵੇਖੋ ਕਿਸੇ ਸਮੇਂ ਇੰਨਾ ਵੱਡਾ ਅਦਾਕਾਰ ਸੀ, ਕਿਸੇ ਸਮੇਂ ਇੰਨਾ ਵੱਡਾ ਗਾਇਕ ਸੀ, ਅੱਜ ਇਹਦੇ ਕੋਲ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਦੇ ਪੈਸੇ ਵੀ ਨਹੀਂ ਹੈਗੇ। ਪਰ ਉਹਦੀ ਜੜ ਕਿੱਥੇ ਹੈ? ਜੜ ਇੱਥੇ ਹੈ ਕਿ ਜਦੋਂ ਬਹੁਤ ਵੱਡਾ ਕਲਾਕਾਰ ਸੀ ਉਦੋਂ ਉਸ ਨੇ ਖਰਚਾ ਕਰਨ ਲੱਗਿਆ ਨਹੀਂ ਸੋਚਿਆ ਕਿ ਮੈਂ ਆਪਣੇ ਭਵਿੱਖ ਨੂੰ ਵੀ ਕਿਸੇ ਤਰ੍ਹਾਂ ਗਰੰਟਿਡ ਕਰਨਾ ਹੈ, ਮੈਂ ਆਪਣੇ ਭਵਿੱਖ ਨੂੰ ਵੀ ਕਿਸੇ ਤਰ੍ਹਾਂ ਸਾਂਭਣਾ ਹੈ ਕਿ ਸਮਾਂ ਤੇ ਦਿਨ ਹਮੇਸ਼ਾ ਇਹ ਨਹੀਂ ਰਹਿਣੇ। ਸੋ ਇਹ ਵੀ ਹੁੰਦਾ ਹੈ ਕਿ ਇਹ ਮਨੁੱਖ ਦੀ ਇੱਕ ਮਾਨਸਿਕਤਾ ਹੈ, ਤੇ ਇਹ ਬਹੁਤ ਸਾਰੇ, ਮੈਂ ਤੁਹਾਨੂੰ ਦੱਸਿਆ ਕਿ ਲੋਕਾਂ ਦੇ ਵਿੱਚ ਇਹ ਬਹੁਤ ਸਾਰੇ ਲੋਕਾਂ ਦੇ ਵਿੱਚ ਆਉਂਦੀ ਹੈ। ਪਰ ਮਨੁੱਖ ਉਦੋਂ ਇਹ ਨਹੀਂ ਸਮਝਦਾ ਕਿ ਜਿਹੜੀ ਤਬਦੀਲੀ ਹੈ ਇਹ ਕੁਦਰਤ ਦਾ ਅਸੂਲ ਹੈ। ਜਿਸ ਤਰ੍ਹਾਂ ਸਾਡੇ ਪੰਜਾਬੀ ਦੇ ਵਿੱਚ ਬਹੁਤ ਪਿਆਰੀ ਗੱਲ ਹੈ ਨਾ, ਪਿੱਪਲ ਦੇ ਪੱਤਿਆਂ ਵੇ ਕਿਉਂ ਖੜ ਲਾਈ ਆ, ਪੱਤ ਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਹੈ। ਸੋ ਜੇ ਤੇ ਅਸੀਂ ਆਪਣੇ ਮਨ ਨੂੰ ਚੜ੍ਹਦੀ ਕਲਾ ਦੀ ਅਵਸਥਾ ਦੇ ਵਿੱਚ ਰੱਖਦੇ ਹਾਂ ਤਾਂ ਇਹ ਮਹਿਸੂਸ ਕਰਦੇ ਹਾਂ ਕਿ ਵਕਤ ਨੇ ਬਦਲਣਾ ਹੈ ਤੇ ਨਵਿਆਂ ਨੇ ਤੁਹਾਡੀ ਜਗ੍ਹਾ ਲੈਣੀ ਹੈ। ਤਾਂ ਉਹਦੇ ਨਾਲ ਜੇਕਰ ਅਸੀਂ ਵਕਤ ਦੇ ਨਾਲ ਥੋੜ੍ਹਾ ਥੋੜ੍ਹਾ ਬਦਲਣਾ ਸਿੱਖ ਲਈਏ ਤੇ ਆਪਣੀ ਮਾਨਸਿਕਤਾ ਨੂੰ ਉਸ ਵਕਤ ਦੇ ਅਨੁਕੂਲ ਚਲਾਉਣਾ ਸ਼ੁਰੂ ਕਰ ਲਈਏ ਕਿ ਅੱਜ ਜਿਸ ਨੇਮ ਤੇ ਫੇਮ ਦੇ ਪ੍ਰਭਾਵ ਅਧੀਨ ਅਸੀਂ ਉੱਡੇ ਫਿਰਦੇ ਹਾਂ ਇਹ ਖੰਭ ਹਮੇਸ਼ਾ ਨਹੀਂ ਰਹਿਣੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਥੋੜ੍ਹਾ ਥੋੜ੍ਹਾ ਜਦੋਂ ਉਹ ਨੇਮ ਤੇ ਫੇਮ ਦੇ ਬੰਦੇ ਨੂੰ ਖੰਭ ਲੱਗੇ ਹੁੰਦੇ ਨਾ, ਉਦੋਂ ਬੰਦੇ ਨੂੰ ਜ਼ਮੀਨ ਵੱਲ ਵੇਖ ਕੇ ਜਿਹੜਾ ਥੋੜ੍ਹਾ ਜਿਹਾ ਉਹ ਉੱਡਣਾ ਚਾਹੀਦਾ ਹੈ ਕਿ ਅਕਸਰ ਇਹ ਜਿਹੜੇ ਨੇਮ ਤੇ ਫੇਮ ਦੇ ਜਿਹੜੇ ਖੰਭ ਨੇ ਉਹ ਹਮੇਸ਼ਾ ਨਹੀਂ ਰਹਿਣੇ, ਤੇ ਵਕਤ ਦੇ ਨਾਲ ਥੋੜ੍ਹਾ ਥੋੜ੍ਹਾ ਇਨਸਾਨ ਨੂੰ ਜਿਵੇਂ ਜਿਵੇਂ ਵਕਤ ਅੱਗੇ ਵੱਧ ਰਿਹਾ ਹੈ ਉਸ ਹਿਸਾਬ ਦੇ ਨਾਲ ਆਪਣੇ ਆਪ ਨੂੰ ਬਦਲਣਾ ਜ਼ਰੂਰ ਪਵੇਗਾ। ਇਹ ਮੈਂ ਜੇਕਰ ਗੱਲ ਕੇਵਲ ਇੰਦਰਜੀਤ ਨਿੱਕੂ ਦੀ ਨਾ ਕਰਾਂ ਤਾਂ ਇੱਕ ਕਹਾਵਤ ਹੀ ਹੈ ਕਿ ਸਾਸ ਵੀ ਕਭੀ ਬਹੂ ਥੀ। ਸੋ ਜਿਹੜੀ ਅੱਜ ਨਹੁੰ ਹੈ ਉਹਨੇ ਕੱਲ੍ਹ ਨੂੰ ਸੱਸ ਬਣਨਾ ਹੈ, ਤੇ ਉਹਨੂੰ ਹੁਣ ਤੋਂ ਹੀ ਆਪਣੇ ਆਪ ਨੂੰ ਉਸ ਤਰ੍ਹਾਂ ਦੇ ਨਾਲ ਤਿਆਰ ਕਰਨਾ ਚਾਹੀਦਾ ਹੈ ਕਿ ਮੈਂ ਆਪਣੀ ਸੱਸ ਦੇ ਨਾਲ ਵਰਤਾਅ ਇਵੇਂ ਦਾ ਰੱਖਾਂ ਕਿ ਕੱਲ੍ਹ ਨੂੰ ਮੈਂ ਵੀ ਸੱਸ ਬਣਨਾ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ, ਜੇਕਰ ਇਹਨਾਂ ਨੂੰ ਅਸੀਂ ਆਪਣੀ ਮਾਨਸਿਕਤਾ ਦੇ ਵਿੱਚ ਧਿਆਨ ਵਿੱਚ ਰੱਖੀਏ ਤਾਂ ਇੱਕ ਤਾਂ ਮਨੁੱਖ ਉਸ ਦਾਇਰੇ ਦੇ ਵਿੱਚ ਜਦੋਂ ਵਿਚਰ ਰਿਹਾ ਹੁੰਦਾ, ਇੱਕ ਤਾਂ ਹੰਕਾਰ ਤੋਂ ਬਚਿਆ ਰਹਿੰਦਾ, ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਮਨੁੱਖ ਉਸ ਨੇਮ ਤੇ ਫੇਮ ਦੇ ਦਾਇਰੇ 'ਚੋਂ ਬਾਹਰ ਆਉਂਦਾ ਤੇ ਉਹਨੂੰ ਇੰਨਾ ਜ਼ਿਆਦਾ ਮਾਨਸਿਕ ਸੰਤਾਪ ਜਿਹੜਾ ਉਹ ਨਹੀਂ ਝੱਲਣਾ ਚਾਹੁੰਦਾ। ਕਿਉਂਕਿ ਵੈਸੇ ਤਾਂ ਗੁਰਬਾਣੀ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਪ੍ਰਮਾਣ ਮਿਲ ਜਾਣਗੇ ਕਿ ਜਰ ਆਈ ਜੋਬਨ ਹਾਰਿਆ, ਬਹੁਤ ਸਾਰੇ, ਪਰ ਜਿਹੜਾ ਕਲਾਕਾਰੀ ਦਾ ਆਧਾਰ ਹੈ ਇਹ ਤਾਂ ਬਹੁਤ ਜ਼ਿਆਦਾ ਟਿਕਿਆ ਹੀ ਜੋਬਨ ਦੇ ਉੱਪਰ ਹੈ, ਔਰ ਉਹ ਅਕਸਰ ਹੌਲੀ ਹੌਲੀ ਘਟਣਾ ਹੀ ਹੈ। ਤੇ ਗੁਰਬਾਣੀ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਮਾਣ ਮਿਲ ਜਾਣਗੇ। ਸੋ ਜੇਕਰ ਅਸੀਂ ਆਪਣੇ ਮਨ ਨੂੰ ਪਹਿਲਾਂ ਹੀ ਇਹਨਾਂ ਹਾਲਾਤਾਂ ਲਈ ਤਿਆਰ ਰੱਖੀਏ, ਤੇ ਦੂਸਰੀ ਗੱਲ, ਜਦੋਂ ਸਾਡੇ ਕੋਲ ਚੰਗੇ ਆਰਥਿਕ ਸਰੋਤ ਨੇ, ਚੰਗੇ ਆਰਥਿਕ ਸਾਧਨ ਨੇ, ਅਸੀਂ ਉਹਨਾਂ ਦੀ ਵਰਤੋਂ
ਇਸ ਤਰ੍ਹਾਂ ਦੇ ਨਾਲ ਕਰੀਏ ਕਿ ਸਾਡਾ ਜਿਹੜਾ ਭਵਿੱਖ ਆ ਉਹ ਸੁਰੱਖਿਅਤ ਰਹਿ ਸਕੇ। ਕਿਉਂਕਿ ਵੇਖੋ ਇੰਦਰਜੀਤ ਨਿੱਕੂ ਹੁਣਾਂ ਦੇ ਕੋਲ ਤਾਂ ਮੇਰੇ ਖਿਆਲ ਦੇ ਨਾਲ ਉਹ ਹਾਲਾਤ ਨਹੀਂ ਹੈ ਜੋ ਸਾਡੇ ਕਿਤੇ ਪਿੰਡਾਂ 'ਚ ਆ ਕੇ ਵੇਖੋ ਕਿਸ ਤਰ੍ਹਾਂ ਦੇ ਨਾਲ 300 400 500 ਰੁਪਈਆ ਦਿਹਾੜੀ ਲੈ ਕੇ ਵੀ ਲੋਕ ਜਿਹੜੇ ਨੇ ਉਹ ਆਪਣੇ ਪਰਿਵਾਰ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਨੇ। ਇਸੇ ਤਰ੍ਹਾਂ ਬਹੁਤ ਸਾਰੇ ਵੀਰਾਂ ਨੇ ਉਹ ਗੱਲ ਕੀਤੀ ਹੈ, ਮੈਨੂੰ ਉਹ ਵੀ ਚੰਗੀ ਲੱਗੀ ਹੈ ਕਿ ਆਮ ਜਿਹੜੇ ਗੁਰਦੁਆਰੇ ਨੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਉਹਦੇ 'ਚ ਗ੍ਰੰਥੀ ਸਿੰਘਾਂ ਦੇ, ਰਾਗੀ ਸਿੰਘਾਂ ਦੇ, ਕੀਰਤਨੀਆਂ ਦੇ ਜਿਹੜੇ ਹਾਲਾਤ ਨੇ, ਵੇਖੋ ਕਿੰਨੀ ਥੋੜ੍ਹੀ ਆਰਥਿਕ ਸਮਰੱਥਾ ਦੇ ਬਾਵਜੂਦ ਵੀ ਉਹ ਪਰਿਵਾਰਕ ਜਿਹੜਾ ਗੁਜ਼ਾਰਾ ਕਰ ਰਹੇ ਨੇ ਜਾਂ ਆਪਣੇ ਪਰਿਵਾਰ ਨੂੰ ਚਲਾ ਰਹੇ ਨੇ। ਪਰ ਜਿਹੜਾ ਇੰਦਰਜੀਤ ਨਿੱਕੂ ਦਾ ਮਸਲਾ ਹੈ ਇਹਦੇ ਵਿੱਚ ਵੱਖਰਾ ਕਰਕੇ ਕਿਉਂ ਸੋਚਣਾ ਪੈ ਰਿਹਾ ਹੈ? ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹ ਸਾਰੀ ਮੀਡੀਆ ਦੇ ਵਿੱਚ ਗੱਲ ਆਈ ਹੈ ਉਹਨੇ ਕਿਤੇ ਨਾ ਕਿਤੇ ਪੰਜਾਬ ਦੇ ਆਮ ਲੋਕਾਂ ਦੀ ਮਾਨਸਿਕਤਾ ਨੂੰ ਸੋਚਣ ਦੇ ਵਾਸਤੇ ਮਜਬੂਰ ਜ਼ਰੂਰ ਕੀਤਾ ਹੈ। ਕਿਉਂਕਿ ਹਰ ਖਿੱਤੇ ਦੇ ਵਿੱਚ ਹਰ ਇੱਕ ਵਿਅਕਤੀ ਦਾ ਇੱਕ ਆਪਣਾ ਮੁਕਾਮ ਹੁੰਦਾ ਹੈ ਤੇ ਉਹਦੀ ਉਸ ਮੁਕਾਮ ਤੋਂ ਬਾਅਦ ਉਹ ਜਗ੍ਹਾ ਕਿਸੇ ਨਾ ਕਿਸੇ ਨਾਲ ਭਰਨੀ ਹੀ ਹੁੰਦੀ ਹੈ। ਬੇਸ਼ੱਕ ਕਿ ਉਹ ਜਗ੍ਹਾ ਜਿਹੜੀ ਹੈ ਉਹ ਬਦਲਾਅ ਦੇ ਨਿਯਮ ਦੇ ਵਿੱਚ ਆਉਂਦੀ ਹੈ। ਤੇ ਇਹ ਜਿਹੜਾ ਮਾਨਸਿਕ ਤਣਾਅ ਹੈ ਇਹ ਇਸ ਕਰਕੇ ਵੀ ਹੁੰਦਾ ਹੈ ਕਿ ਜਦੋਂ ਵੱਡੇ ਵੱਡੇ ਅਹੁਦੇ ਸਾਨੂੰ ਛੱਡਣੇ ਪੈਂਦੇ ਨੇ ਤਾਂ ਕਿਤੇ ਨਾ ਕਿਤੇ ਅਸੀਂ ਆਰਥਿਕਤਾ ਦੇ ਨਾਲੋਂ ਵੱਧ ਉਹਨਾਂ ਅਹੁਦਿਆਂ ਨੂੰ ਯਾਦ ਕਰ ਕਰਕੇ ਪਛਤਾਉਂਦੇ ਹਾਂ। ਸੰਸਾਰ ਪ੍ਰਸਿੱਧ ਲੋਕਾਂ ਦੇ ਵਿੱਚ ਬਹੁਤ ਕੁਝ ਇਸ ਤਰ੍ਹਾਂ ਦਾ ਹੋਇਆ ਹੈ, ਪਰ ਉਹ ਕਦੀ ਵੀ ਅਹੁਦਿਆਂ ਦੇ ਵਿੱਚ ਜਾਂ ਇਸ ਮਾਨਸਿਕ ਅਵਸਥਾ ਦੇ ਵਿੱਚ ਥਿਰ ਨਹੀਂ ਰਹੇ। ਸੋ ਆਪਣੇ ਆਪ ਦੇ ਵਿੱਚ ਬਦਲਾਅ ਲਿਆਉਣਾ ਚਾਹੀਦਾ ਹੈ ਤੇ ਭਵਿੱਖ ਨੂੰ ਜਿਹੜਾ ਉਹਦੇ ਥੋੜ੍ਹੇ ਬਹੁਤੇ ਸਰੋਤਾਂ ਨੂੰ ਨਿਸ਼ਚਿਤ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਮਾਨਸਿਕ ਤੌਰ ਤੇ ਉੱਪਰ ਜੇਕਰ ਅਸੀਂ ਇਸ ਤਬਦੀਲੀ ਲਈ ਤਿਆਰ ਰਹੀਏ ਤਾਂ ਮੈਨੂੰ ਲੱਗਦਾ ਕਿ ਜਿਸ ਮਾਨਸਿਕ ਤਣਾਅ ਦੇ ਵਿੱਚੋਂ ਅੱਜ ਇੰਦਰਜੀਤ ਨਿੱਕੂ ਨੂੰ ਲੰਘਣਾ ਪੈ ਰਿਹਾ ਸ਼ਾਇਦ ਸਾਡੇ ਹੋਰ ਵੀਰ ਜਿਹੜੇ ਨੇ ਉਹ ਇਸ ਤੋਂ ਬਚ ਸਕਦੇ ਨੇ। ਪਰ ਉਹਦਾ ਕਾਰਨ ਇਹੀ ਹੈ ਕਿ ਜਿਹੜੇ ਕਿੱਤੇ ਤੁਹਾਡੇ ਜੋਬਨ ਦੇ ਨਾਲ, ਕਲਾਕਾਰੀ ਦੇ ਨਾਲ, ਗੁਣ ਦੇ ਨਾਲ, ਅਦਾਕਾਰੀ ਦੇ ਨਾਲ, ਇੱਕ ਵਿਸ਼ੇਸ਼ ਉਮਰ ਦੇ ਲਿਹਾਜ਼ ਦੇ ਨਾਲ ਜੁੜੇ ਹੁੰਦੇ ਨੇ, ਉਹਨਾਂ ਦੇ ਦੌਰਾਨ ਜਦੋਂ ਤੁਹਾਡੇ ਕੋਲ ਬਹੁਤ ਸਾਰਾ ਨਾਮ ਹੁੰਦਾ ਹੈ, ਜਦੋਂ ਸ਼ੌਹਰਤ ਹੁੰਦੀ ਹੈ, ਜਿਸ ਨੂੰ ਨੇਮ ਐਂਡ ਫੇਮ ਕਹਿ ਦਿੰਦੇ ਆ, ਸੋ ਉਸ ਨਾਮ ਤੇ ਸ਼ੌਹਰਤ ਦੇ ਜਿਹੜੇ ਖੰਭ ਹੁੰਦੇ ਨੇ ਨਾ, ਉਹਨਾਂ ਦੇ ਦੌਰਾਨ ਅਸੀਂ ਉੱਡਦੇ ਹੋਏ ਆਪਣਾ ਧਿਆਨ ਜਿਹੜਾ ਉਹ ਜ਼ਮੀਨ ਵੱਲ ਜ਼ਰੂਰ ਰੱਖੀਏ। ਤੇ ਦੂਸਰੀ ਗੱਲ, ਇਹ ਜਿਹੜੇ ਬਾਬੇ ਹੈ, ਇਹ ਜਿਹੜੇ ਮੈਂ ਪਖੰਡੀ ਸਾਧਾਂ ਦੀ ਗੱਲ ਕਰਾਂ, ਇਹ ਕਿਸੇ ਮਸਲੇ ਦਾ ਕੋਈ ਹੱਲ ਨਹੀਂ। ਜਿਹੜੇ ਵਿਅਕਤੀ ਖਾਸ ਕਰਕੇ ਜੇ ਅਸੀਂ ਗੱਲ ਕਰੀਏ, ਉਹ ਤਾਂ ਇਹਨਾਂ ਬਾਬਿਆਂ ਦੇ ਕੋਲ ਜਾਂਦੇ ਨੇ ਕਿ ਬਾਬਾ ਸਾਡੀ ਆਰਥਿਕ ਹਾਲਾਤ ਸੁਧਾਰੇਗਾ, ਪਰ ਦਰਅਸਲ ਉਹ ਇਸ ਘੁੰਡੀ ਨੂੰ ਨਹੀਂ ਸਮਝ ਰਹੇ ਕਿ ਤੁਹਾਡਾ ਮੁਜ਼ਾਹਰਾ ਕਰਕੇ ਬਾਬਾ ਆਪਣੀ ਆਰਥਿਕ ਹਾਲਾਤ ਜਿਹੜੇ ਨੇ ਉਹਨਾਂ ਨੂੰ ਉਚੇਰਾ ਚੁੱਕ ਰਿਹਾ ਹੈ। ਕਹਿਣ ਤੋਂ ਭਾਵ ਕਿ ਬੰਦਾ ਤਾਂ ਸੁੱਖਾਂ ਨੂੰ ਲੈਣ ਦੇ ਵਾਸਤੇ ਬਾਬੇ ਕੋਲ ਜਾ ਰਿਹਾ ਹੈ, ਪਰ ਉਹ ਇਹ ਨਹੀਂ ਸਮਝ ਰਿਹਾ ਕਿ ਬਾਬੇ ਤੁਹਾਡੇ ਦੁੱਖਾਂ ਦਾ ਫਾਇਦਾ ਉਠਾ ਕੇ ਆਪ ਸੁੱਖ ਭੋਗ ਰਹੇ ਨੇ। ਸੋ ਇਹਦੇ ਵਿੱਚ ਕੇਵਲ ਮੈਂ ਇੰਦਰਜੀਤ ਨਿੱਕੂ ਦੀ ਨਾ ਗੱਲ ਕਰਾਂ ਤਾਂ ਬਹੁਤ ਸਾਰੇ ਭੋਲੇ ਸਾਡੇ ਵੀਰ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਨਾਲ ਅਜਿਹੇ ਡੇਰਿਆਂ ਦੇ ਵਿੱਚ ਜਾਂਦੇ ਨੇ ਜਿੱਥੇ ਉਹਨਾਂ ਦਾ ਸਰੀਰਕ, ਆਰਥਿਕ, ਮਾਨਸਿਕ ਜਿਹੜਾ ਸ਼ੋਸ਼ਣ ਆ ਉਹ ਕੀਤਾ ਜਾਂਦਾ ਹੈ। ਤੇ ਜਿਹੜੇ ਮੇਰੇ ਕੁਝ ਵੀਰ ਟਰੋਲ ਵੀ ਕਰ ਰਹੇ ਨੇ, ਮੈਂ ਸੋਚਦਾ ਕਿ ਉਹ ਇਸ ਕਰਕੇ ਕਰ ਰਹੇ ਨੇ, ਉਹਦਾ ਇੱਕ ਕਾਰਨ ਹੈ। ਉਹਦਾ ਕਾਰਨ ਇਹ ਹੈ ਕਿ ਕਦੀ ਇੰਦਰਜੀਤ ਨਿੱਕੂ ਦੀ ਦਸਤਾਰ ਨੂੰ ਵੇਖ ਕੇ ਪੰਜਾਬ ਦਾ ਨੌਜਵਾਨ ਪ੍ਰਭਾਵਿਤ ਹੁੰਦਾ ਸੀ ਕਿ ਉਹ ਦਸਤਾਰ ਬਹੁਤ ਸੋਹਣੀ ਸਜਾਉਂਦਾ ਹੈ। ਸੋ ਉਹਦਾ ਕਾਰਨ ਇਹ ਹੈ ਕਿ ਜਿਹੜਾ ਬੰਦਾ ਕਿਤੇ ਨਾ ਕਿਤੇ ਪੰਜਾਬ ਦੀ ਨੌਜਵਾਨੀ ਦੇ ਵਿੱਚ ਇੱਕ ਦਸਤਾਰ ਦੇ ਕਰਕੇ ਕਹਿ ਸਕਦੇ ਹੋ ਕਿ ਇੱਕ ਰੋਲ ਮਾਡਲ ਰਿਹਾ ਹੈ, ਜਦੋਂ ਉਹ ਵਿਅਕਤੀ ਉਸ ਜਗ੍ਹਾ ਤੇ ਜਾ ਰਿਹਾ ਤਾਂ ਕਿਤੇ ਨਾ ਕਿਤੇ ਉਹ ਫਿਰ ਨੌਜਵਾਨਾਂ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਜੇਕਰ ਇਸ ਰੁਤਬੇ ਦੇ ਪਹੁੰਚੇ ਵਿਅਕਤੀਆਂ ਦੀ ਮਾਨਸਿਕ ਹਾਲਾਤ ਅੱਜ ਇਵੇਂ ਦੀ ਹੈ ਤੇ ਆਮ ਵਿਅਕਤੀ ਜਿਹੜਾ ਉਹਦਾ ਕੀ ਹਾਲਾਤ ਹੋਵੇਗਾ। ਸੋ ਜੇਕਰ ਸਾਡਾ ਜੀਵਨ ਗੁਰਮਤਿ ਵਿਚਾਰਧਾਰਾ ਦੇ ਅਨੁਕੂਲ ਹੋਵੇ ਤੇ ਅਸੀਂ ਮੂਲ ਰੂਪ ਦੇ ਵਿੱਚ ਗੁਰਮਤਿ ਵਿਚਾਰਧਾਰਾ ਦੇ ਨਾਲ ਜਾਂ ਗੁਰਸ਼ਬਦ ਦੇ ਨਾਲ ਜੁੜੇ ਹੋਈਏ ਤੇ ਮੇਰੇ ਖਿਆਲ ਦੇ ਨਾਲ ਜ਼ਿੰਦਗੀ ਦੇ ਵਿੱਚ ਇਹ ਸਮੱਸਿਆਵਾਂ ਕਦੀ ਵੀ ਨਹੀਂ ਆ ਸਕਦੀਆਂ। ਹੁਣ ਇਹਦੇ ਵਿੱਚ ਇੱਕ ਹੋਰ ਵੇਖੋ, ਜੇ ਪਤਾ ਨਹੀਂ ਹੈ ਇੰਦਰਜੀਤ ਨਿੱਕੂ ਨੇ ਸੁਣਨਾ ਜਾਂ ਨਹੀਂ ਸੁਣਨਾ, ਪਰ ਤੁਸੀਂ ਉਹ ਵੇਖੋ ਉਹਦੇ 'ਚ ਬਾਬੇ ਦੀ ਸ਼ੈਤਾਨੀ ਜਿਹੜੀ ਹੈ ਉਹ ਵੇਖਣ ਵਾਲੀ ਹੈ। ਇੰਦਰਜੀਤ ਨਿੱਕੂ ਦੀ ਪਛਾਣ ਉਸ ਦੀ ਦਸਤਾਰ ਸੀ। ਸੋ ਪਹਿਲੀ ਗੱਲ ਤੇ ਉਸ ਨੂੰ ਆਪਣੀ ਪਹਿਚਾਣ ਛੁਪਾ ਕੇ ਬਾਬੇ ਦੇ ਕੋਲ ਜਾਣਾ ਪਿਆ। ਉਹਦਾ ਇੱਕ ਕਾਰਨ ਸੀ ਕਿ ਉਹ ਨਹੀਂ ਸੀ ਚਾਹੁੰਦਾ ਕਿ ਮੈਂ ਲੋਕਾਂ ਦੇ ਸਾਹਮਣੇ ਨਸ਼ਰ ਹੋਵਾਂ, ਪਰ ਬਾਬਾ ਚਾਹੁੰਦਾ ਸੀ ਕਿ ਇਸ ਨੂੰ ਲੋਕਾਂ ਦੇ ਸਾਹਮਣੇ ਨਸ਼ਰ ਕੀਤਾ ਜਾਵੇ। ਕਿਉਂ? ਕਿਉਂਕਿ ਉਹਦੀ ਦਸਤਾਰ ਦੇ ਉੱਪਰ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਇੱਕ ਮਾਣ ਕਰਦੀ ਸੀ, ਇੱਕ ਰੋਲ ਮਾਡਲ ਦੇ ਤੌਰ ਦੇ ਉੱਪਰ ਵੇਖਦੀ ਸੀ। ਮੈਨੂੰ ਪਤਾ ਹੈ ਕਿ
ਅੱਜ ਤੋਂ 15-20 ਸਾਲ ਪਹਿਲਾਂ ਹਰ ਉਹ ਦੁਕਾਨ ਜਿਹਦੇ ਉੱਪਰ ਦਸਤਾਰਾਂ ਵਿਕਿਆ ਕਰਦੀਆਂ ਸੀ, ਬਾਹਰ ਇੰਦਰਜੀਤ ਨਿੱਕੂ ਦੀ ਫੋਟੋ ਲੱਗੀ ਹੁੰਦੀ ਸੀ। ਔਰ ਸਾਡੇ ਨੌਜਵਾਨ ਜਿਹੜੇ ਆ ਉਹਦੀ ਪੱਗ ਵੱਲ ਵੇਖ ਵੇਖ ਕੇ ਕੋਸ਼ਿਸ਼ ਕਰਦੇ ਹੁੰਦੇ ਸੀ ਕਿ ਸਾਡੀ ਦਸਤਾਰ ਜਿਹੜੀ ਹੈ ਨਾ ਇੰਦਰਜੀਤ ਨਿੱਕੂ ਵਰਗੀ ਹੋਣੀ ਚਾਹੀਦੀ ਹੈ। ਸੋ ਵੇਖੋ ਉਹਦੇ 'ਚ ਬਾਬੇ ਦੀ ਸ਼ੈਤਾਨੀ। ਜੇਕਰ ਇੰਦਰਜੀਤ ਨਿੱਕੂ ਇਸ ਗੱਲ ਨੂੰ ਸਮਝੇ ਤੇ ਉਹ ਆਪਣੀ ਪਹਿਚਾਣ ਛੁਪਾ ਕੇ ਗਿਆ, ਉਹ ਟੋਪੀ ਪਾ ਕੇ ਗਿਆ, ਉਹ ਦਸਤਾਰ ਤੋਂ ਬਿਨਾਂ ਗਿਆ, ਉਹ ਮਾਸਕ ਲਾ ਕੇ ਗਿਆ। ਤੇ ਉੱਥੇ ਹੁਣ ਤੁਸੀਂ ਬਾਬੇ ਦੀ ਸ਼ੈਤਾਨੀ ਵੇਖੋ ਕਿ ਸਭ ਤੋਂ ਪਹਿਲਾਂ ਤਾਂ ਉਸ ਨੇ ਉਸ ਦਾ ਮਾਸਕ ਉਤਾਰਿਆ। ਫਿਰ ਜਿੱਥੇ ਉਹ ਜਾਂਦਾ ਹੈ, ਇਹ ਮੈਂ ਕੇਵਲ ਇਸ ਬਾਬੇ ਦੀ ਗੱਲ ਨਹੀਂ ਕਰਨ ਲੱਗਾ, ਪੰਜਾਬ ਦੇ ਜਿੰਨੇ ਵੀ ਗਾਇਕਾਂ ਦੀਆਂ, ਜਿੰਨੇ ਵੀ ਵੱਡੇ ਲੋਕਾਂ ਦੀਆਂ ਤੇ ਜਿੰਨੇ ਵੱਡੇ ਰਾਜਨੀਤਿਕ ਆਗੂਆਂ ਦੀਆਂ ਜਿੰਨੀਆਂ ਵੀ ਫੋਟੋ ਜਾਂ ਵੀਡੀਓਜ਼ ਜਿਹੜੀਆਂ ਨੇ ਉਹ ਨਸ਼ਰ ਹੋਈਆਂ ਨੇ, ਉਹ ਸਾਰੀਆਂ ਬਾਬਿਆਂ ਦੇ ਡੇਰਿਆਂ ਦੇ ਵਿੱਚੋਂ ਹੋਈਆਂ ਨੇ। ਇਹ ਜਿਹੜੇ ਬਾਬੇ ਨੇ, ਇਹ ਜਿਸ ਕਮਰੇ ਦੇ ਵਿੱਚ ਅਜਿਹੀਆਂ ਸ਼ਖਸੀਅਤਾਂ ਨੂੰ ਮਿਲਦੇ ਨੇ, ਹਰ ਪਾਸੇ ਉੱਪਰ ਉਹਨਾਂ ਨੇ ਬਕਾਇਦਾ ਹਾਈ ਡੈਫੀਨੇਸ਼ਨ ਕੈਮਰੇ ਲਾਏ ਹੁੰਦੇ ਨੇ। ਹੁਣ ਤੁਸੀਂ ਵੇਖੋ ਕਿ ਨਿੱਕੂ ਪਛਾਣ ਛੁਪਾ ਕੇ ਜਾਂਦਾ ਹੈ ਉੱਥੇ, ਪਰ ਬਾਬਾ ਉਸ ਦੀ ਪਛਾਣ ਨੂੰ ਨਸ਼ਰ ਕਰਦਾ ਹੈ। ਬਾਬਾ ਲੋਕਾਂ ਨੂੰ ਤੇ ਇਹ ਕਹਿੰਦਾ ਹੈ ਕਿ ਸਰਕਾਰ ਨੇ ਦੁਬਾਰਾ ਮਾਸਕ ਪਾਉਣ ਦਾ ਐਲਾਨ ਕਰ ਦਿੱਤਾ, ਸਾਨੂੰ ਮਾਸਕ ਪਾਉਣਾ ਚਾਹੀਦਾ। ਪਰ ਉਹ ਇੰਦਰਜੀਤ ਨਿੱਕੂ ਦਾ ਮਾਸਕ ਜਿਹੜਾ ਉਹ ਲਹਾਉਂਦਾ ਹੈ। ਉਹ ਮਾਸਕ ਕਿਉਂ ਲਹਾਉਂਦਾ ਹੈ? ਕਿਉਂਕਿ ਉਹਦੇ ਚਿਹਰੇ ਨੂੰ ਨਸ਼ਰ ਕਰਨਾ ਚਾਹੁੰਦਾ। ਫਿਰ ਇੱਕ ਖਾਸ ਕੋਣ ਦੇ ਵਿੱਚ, ਖਾਸ ਐਂਗਲ ਦੇ ਵਿੱਚ ਉਸ ਨੂੰ ਵੇਖਣ ਦੇ ਵਾਸਤੇ ਕਹਿੰਦਾ, ਫਿਰ ਉਸ ਨੂੰ ਗਾਉਣ ਦੇ ਵਾਸਤੇ ਕਹਿੰਦਾ। ਫਿਰ ਉਹ ਜਿਸ ਤਰ੍ਹਾਂ ਦੇ ਨਾਲ ਉਹ ਇੰਦਰਜੀਤ ਨਿੱਕੂ ਭਾਵਕ ਹੋ ਕੇ ਰੋਂਦਾ ਵੀ ਹੈ, ਉਹ ਉਸ ਨੂੰ ਰਿਕਾਰਡ ਕਰਦਾ ਹੈ, ਫਿਰ ਉਸ ਨੂੰ ਮੀਡੀਆ ਵਿੱਚ ਲੈ ਕੇ ਆਉਂਦਾ। ਸੋ ਕਿਤਨਾ ਇੰਦਰਜੀਤ ਨਿੱਕੂ ਇਹ ਸਮਝ ਸਕਦਾ ਹੈ ਕਿ ਇਹ ਜਿਹੜਾ ਬਾਬਾ ਉਹਦਾ ਮਸਲਾ ਹੱਲ ਕਰ ਸਕਦਾ ਹੈ। ਇਹ ਤਾਂ ਇੰਦਰਜੀਤ ਨਿੱਕੂ ਨੂੰ ਵੀ ਸਿਆਣਾ ਹੋਣਾ ਪਵੇਗਾ ਇੱਥੇ, ਕਿ ਜਿਹੜੇ ਬਾਬੇ ਨੇ ਉਸ ਦੀ ਪਛਾਣ ਨੂੰ ਇਸ ਰੂਪ 'ਚ ਨਸ਼ਰ ਕੀਤਾ ਹੈ, ਉਹ ਕੋਈ ਆਮ ਵਿਅਕਤੀ ਨਹੀਂ ਹੈ, ਉਹ ਇੱਕ ਬਹੁਤ ਸ਼ੈਤਾਨੀ ਦਿਮਾਗ ਹੈ। ਤੇ ਮੇਰੇ ਵੀਰ, ਜੇਕਰ ਗੁਰੂ ਦੇ ਲੜ ਲੱਗੇ ਹੋਈਏ ਤੇ ਜਿਹੜੀਆਂ ਸਮੱਸਿਆਵਾਂ ਅਸੀਂ ਉਹਦੇ ਸਾਹਮਣੇ ਜਾ ਕੇ ਬਿਆਨ ਕਰ ਰਹੇ ਹਾਂ, ਕਿਉਂ ਨਾ ਅਸੀਂ ਉਸ ਦਰਦ ਨੂੰ, ਉਸ ਮਾਨਸਿਕ ਤਣਾਅ ਨੂੰ ਆਪਣੇ ਗੁਰੂ ਦੇ ਸਾਹਮਣੇ ਰੱਖੀਏ। ਅਸੀਂ ਸਹਿਜ ਪਾਠ ਕਰੀਏ, ਅਸੀਂ ਉਸ ਮਾਨਸਿਕ ਤਣਾਅ ਤੋਂ ਮੁਕਤ ਹੋ ਸਕਦੇ ਹਾਂ ਆਪਣੇ ਗੁਰੂ ਦੇ ਨਾਲ ਜੁੜਨ ਦੇ ਸਦਕੇ। ਤੇ ਜਦੋਂ ਆਪਣੇ ਗੁਰੂ ਦੇ ਅੱਗੇ ਅਰਦਾਸ ਕਰੋਗੇ ਨਾ, ਤੇ ਉਹ ਹਿਰਦੇ ਚੋਂ ਜਿਹੜੀ ਹੋਈ ਅਰਦਾਸ ਹੈ ਉਹ ਕਦੀ ਵੀ ਬਿਰਥੀ ਨਹੀਂ ਜਾਂਦੀ। ਹੁਣ ਜਿਹੜੀ ਇੰਦਰਜੀਤ ਨਿੱਕੂ ਦੀ ਅਗਲੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਇਸ ਵੀਡੀਓ ਤੋਂ ਬਾਅਦ ਜਾਂ ਉਹਦੀ ਭਾਵਕ ਸ਼ਬਦਾਵਲੀ ਤੋਂ ਬਾਅਦ ਲੋਕਾਂ ਦੇ ਵਿੱਚੋਂ ਬਹੁਤ ਵੱਡਾ ਰਿਸਪੌਂਸ ਮਿਲਿਆ। ਮੇਰੇ ਵੀਰ ਦਲਜੀਤ ਦੋਸਾਂਝ ਨੇ, ਜਿਹੜਾ ਮੈਨੂੰ ਇੱਕ ਦੋ ਵਾਰੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਕਿਸਾਨ ਸੰਘਰਸ਼ ਦੇ ਦੌਰਾਨ, ਬਹੁਤ ਹੀ ਜ਼ਿਆਦਾ ਭਾਵਕਤਾ ਵਾਲਾ ਹੈ। ਕਹਿਣ ਦਾ ਭਾਵ ਕਿ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਇਹ 'ਚ ਮੈਂ ਪੰਥ ਪ੍ਰਸਤੀ ਦੀ ਗੱਲ ਕਰ ਰਿਹਾ, ਭਾਵਕਤਾ ਤੋਂ ਭਾਵ ਹੈ ਕਿ ਉਹ ਲੋਕਾਂ ਦੀ ਮਦਦ ਕਰਨ ਵਾਲਾ ਹੈ। ਹੁਣ ਜਦੋਂ ਉਸ ਨੇ ਨਿੱਕੂ ਦੀ ਇਹ ਭਾਵਕ ਵੀਡੀਓ ਵੇਖੀ ਤਾਂ ਉਸ ਨੇ ਸਭ ਤੋਂ ਪਹਿਲਾਂ ਟਵੀਟ ਕੀਤਾ ਕਿ ਮੈਂ ਜਿਹੜਾ ਇਸ ਦੀ ਮਦਦ ਕਰਨ ਦੇ ਵਾਸਤੇ ਜਾਂ ਇਹਨੂੰ ਆਪਣੀ ਫਿਲਮ ਦੇ ਵਿੱਚ ਗੀਤ ਲੈਣ ਦੇ ਵਾਸਤੇ ਤਿਆਰ ਹਾਂ। ਇਸੇ ਤਰ੍ਹਾਂ ਬਹੁਤ ਸਾਰੇ NRI ਵੀਰ ਜਿਹੜੇ ਨੇ, ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਜਿਹੜੇ ਉੱਥੇ ਪ੍ਰਮੋਟਰ ਨੇ, ਜਿਹੜੇ ਵੱਡੇ ਵੱਡੇ ਕਲਾਕਾਰਾਂ ਨੂੰ ਪ੍ਰਮੋਟ ਕਰਦੇ ਨੇ, ਔਰ ਨਿੱਕੂ ਦਾ ਇੱਕ ਨਾਮ ਹੈ ਪੰਜਾਬ ਦੀ ਗਾਇਕੀ ਦੇ ਵਿੱਚ। ਸੋ ਉਸ ਕਰਕੇ ਉਸ ਨੂੰ ਹੁਣ ਮੈਨੂੰ ਲੱਗਦਾ ਹੈ ਕਿ ਪ੍ਰਮੋਸ਼ਨ ਵੀ ਚੰਗੀ ਮਿਲੇਗੀ, ਲੋਕਾਂ ਦੇ ਵਿੱਚੋਂ ਹੰਗਾਰਾ ਵੀ ਬਹੁਤ ਚੰਗਾ ਮਿਲਿਆ। ਪਰ ਇੱਥੇ ਹੁਣ ਇੰਦਰਜੀਤ ਨਿੱਕੂ ਨੇ ਇਹ ਵੇਖਣਾ ਹੈ ਕਿ ਕੀ ਜਿਹੜੇ ਲੋਕ ਅੱਜ ਉਸ ਨਾਲ ਖੜੇ ਨੇ ਉਹ ਬਾਬੇ ਦੇ ਕਰਕੇ ਨੇ ਕਿ ਇਸ ਕਰਕੇ ਨੇ ਕਿ ਇੱਕ ਪੰਜਾਬੀ ਕਲਾਕਾਰ ਦੀ ਭਾਵਕਤਾ ਜਿਹੜੀ ਆ ਉਹਨਾਂ ਕੋਲੋਂ ਨਹੀਂ ਵੇਖੀ ਗਈ। ਹੁਣ ਜੇ ਕੱਲ੍ਹ ਨੂੰ ਦੁਬਾਰਾ, ਮੈਂ ਕਹਿੰਦਾ ਹੋਣਾ ਚਾਹੀਦਾ, ਰੱਬ ਮਿਹਰ ਕਰੇ, ਇਹਦੇ ਆਰਥਿਕ ਹਾਲਾਤ ਵਧੀਆ ਹੁੰਦੇ ਨੇ, ਇਹਦੀ ਕਲਾਕਾਰੀ ਜਿਹੜੀ, ਵੈਸੇ ਕਲਾਕਾਰ ਤਾਂ ਮੈਂ ਵੇਖਿਆ ਬਹੁਤ ਸਾਰੇ ਵਹਿਮੀ ਹੁੰਦੇ ਨੇ, ਹੱਥਾਂ ਦੇ ਵਿੱਚ ਨਗਾਂ ਵਾਲੀਆਂ ਮੁੰਦਰੀਆਂ, ਬਾਬਿਆਂ ਦੇ ਕੋਲ ਜਾਣਾ, ਜੋਤਸ਼ੀਆਂ ਦੇ ਕੋਲ ਜਾਣਾ। ਕਈ ਵਾਰੀ ਵੈਸੇ ਸਾਡੇ ਕਥਾਵਾਚਕ ਤੇ ਰਾਗੀ ਵੀ ਇਸ ਮਾਨਸਿਕ ਪਰੇਸ਼ਾਨੀ 'ਚ ਆ ਜਾਂਦੇ ਨੇ। ਕਈ ਵਾਰੀ ਤੁਸੀਂ ਵੇਖਿਆ ਹੋਊਗਾ ਸਾਡੇ ਜਿਹੜੇ ਬਹੁਤ ਸਾਰੇ ਵੀਰ ਨੇ, ਉਹ ਕਈ ਵਾਰੀ ਬਾਬਿਆਂ ਦੀ ਸਿਫਤ ਦੇ ਵਿੱਚ ਬਹੁਤ ਕੁਛ ਇਵੇਂ ਦੀਆਂ ਗੱਲਾਂ ਕਰਦੇ ਨੇ। ਇਹਨਾਂ ਦੇਹਧਾਰੀਆਂ ਦੇ ਕੋਲ ਜਾ ਕੇ, ਜਾਂ ਪਿੱਛੇ ਜੇ ਇੱਕ ਵੱਡੇ ਕੀਰਤਨੀ ਜਥੇ ਦਾ ਮਾਨਸਿਕ ਤੌਰ ਤੇ ਥੋੜੀ ਪਰੇਸ਼ਾਨੀ 'ਚ ਸੀ ਕਿ ਉਹ ਵੀ ਇੱਕ ਬਾਬੇ ਦੇ ਕੋਲ ਬੈਠੇ ਉਹਦੇ ਕੋਲ ਕੋਈ ਫਲ ਲੈ ਰਹੇ ਸੀ। ਪਰ ਇਹਨੂੰ ਸਮਝਣ ਦੀ ਲੋੜ ਇਸ ਕਰਕੇ ਹੈ ਕਿ ਇਹ ਜਿਹੜੇ ਲੋਕ ਨੇ, ਇਹ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੈਗੇ। ਸੋ ਪਹਿਲੀ ਗੱਲ ਤਾਂ ਇੰਦਰਜੀਤ ਨਿੱਕੂ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਇਹ ਭਾਵਕਤਾ ਜਿਹੜੀ ਹੈ ਉਹ ਆਪਣੇ ਗੁਰੂ ਦੇ ਅੱਗੇ ਵੀ ਬਿਆਨ ਕਰਕੇ ਲੋਕਾਂ ਦੇ ਸਾਹਮਣੇ ਸਪਸ਼ਟ ਤੌਰ ਤੇ ਰੱਖ ਦਿੰਦਾ ਨਾ, ਤਾਂ ਲੋਕ ਫਿਰ ਵੀ ਉਸ ਨੂੰ ਇੰਨਾ ਹੀ ਪਿਆਰ ਦਿੰਦੇ। ਪਰ ਜਿਹੜਾ ਉਸਨੇ ਜ਼ਰੀਆ ਬਣਾਇਆ, ਉਸ ਜ਼ਰੀਏ ਨੇ ਉਸ ਨੂੰ ਨਸ਼ਰ ਵੀ ਕੀਤਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਉਸ ਦੇ ਅਕਸ ਨੂੰ ਨੀਵਾਂ ਵੀ ਕੀਤਾ। ਸੋ ਇੱਥੇ ਇਸ ਵੀਰ ਨੂੰ, ਬਹੁਤ ਪਿਆਰੇ ਵੀਰ ਨੂੰ ਮੈਂ ਪਿਆਰ ਦੇ ਨਾਲ ਸੰਦੇਸ਼ ਦੇਣਾ ਚਾਹੁੰਦਾ ਕਿ ਜੇ ਹੁਣ ਵੀਰ ਤੁਹਾਡੀ ਮਦਦ ਕਰਨਾ ਚਾਹੁੰਦੇ ਨੇ ਜਾਂ ਤੁਹਾਡੀ ਭਾਵਕਤਾ ਦੇ ਕਰਕੇ ਉਹ ਲੋਕ ਭਾਵਕ ਹੋਏ ਨੇ, ਤਾਂ ਪਹਿਲਾਂ ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਇਹਦਾ ਕ੍ਰੈਡਿਟ ਜਿਹੜਾ ਉਹ ਬਾਬਾ ਨਾ ਲੈ ਜਾਵੇ ਕਿਤੇ।
ਔਰ ਮੇਰੇ ਖਿਆਲ ਦੇ ਨਾਲ ਤੁਹਾਨੂੰ ਸਪਸ਼ਟ ਕਰਨਾ ਚਾਹੀਦਾ, ਇਸ ਗੱਲ ਨੂੰ ਮੰਨਣਾ ਚਾਹੀਦਾ ਕਿ ਇੱਕ ਪੱਗ ਦੀ ਸਿਫਤ ਕਰਨ ਵਾਲਾ, ਗੁਰੂ ਨਾਨਕ ਸਾਹਿਬ ਦੀ ਸਿਫਤ ਦੇ ਵਿੱਚ ਗਾਉਣ ਵਾਲਾ ਜਿਹੜਾ ਗਾਇਕ ਹੈ, ਉਹ ਜਦੋਂ ਇਸ ਤਰ੍ਹਾਂ ਦੇ ਬਾਬੇ ਦੇ ਪੈਰਾਂ ਦੇ ਵਿੱਚ ਬੈਠੇਗਾ ਤਾਂ ਕਿਤੇ ਨਾ ਕਿਤੇ ਜਿਹੜਾ ਪੰਜਾਬ ਦੇ ਵਿੱਚ ਇੱਕ ਵਿਚਾਰਧਾਰਾ ਦੇ ਨਾਲ, ਗੁਰਮਤਿ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਨੌਜਵਾਨ, ਉਹਦੇ ਮਨ ਨੂੰ ਠੇਸ ਜਿਹੜੀ ਹੈ ਉਹ ਜ਼ਰੂਰ ਪਹੁੰਚਦੀ ਹੈ। ਸੋ ਸਭ ਤੋਂ ਜਿਹੜੀ ਅਹਿਮ ਗੱਲ ਇਹ ਹੈ ਕਿ ਹੁਣ ਠੀਕ ਹੈ, ਸਾਡੇ ਨੌਜਵਾਨਾਂ ਨੇ ਇੱਥੇ ਬਹੁਤ ਵਧੀਆ ਭੂਮਿਕਾ ਨਿਭਾਈ ਹੈ। ਬਹੁਤ ਵੀਰਾਂ ਨੇ ਪੋਸਟਾਂ ਪਾਈਆਂ ਕਿ ਮਜ਼ਾਕ ਨਾ ਕੀਤਾ ਜਾਵੇ, ਟਰੋਲ ਨਾ ਕੀਤਾ ਜਾਵੇ, ਉਸ ਨੂੰ ਹੌਸਲਾ ਦਿੱਤਾ ਜਾਵੇ, ਉਸ ਦੀ ਘਰ ਵਾਪਸੀ ਕਰਾਈ। ਅਸੀਂ ਇਵੇਂ ਦੇ ਕਮੈਂਟ ਨਾ ਕਰੀਏ ਕਿ ਉਹ ਸਿੱਖੀ ਤੋਂ ਦੂਰ ਚਲਾ ਜਾਵੇ। ਇਹ ਗੱਲਾਂ ਬਿਲਕੁਲ ਠੀਕ ਨੇ। ਪੰਜਾਬ ਦੇ ਨੌਜਵਾਨਾਂ ਨੇ ਬਹੁਤ ਹੀ ਜ਼ਿਆਦਾ ਕਹਿ ਸਕਦੇ ਹੋ ਕਿ ਸੰਜੀਦਗੀ ਦੇ ਨਾਲ ਇਸ ਜਿਹੜਾ ਸਾਰੇ ਮਸਲੇ ਨੂੰ ਲਿਆ ਹੈ। ਬੇਸ਼ੱਕ ਉਹਨਾਂ ਦੇ ਸਾਹਮਣੇ ਜਿਹੜੀਆਂ ਮੈਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਤੋਂ ਬਹੁਤ ਵੱਡੀਆਂ ਸਮੱਸਿਆਵਾਂ ਪੰਜਾਬ ਦੇ ਸਾਡੇ ਨੌਜਵਾਨਾਂ ਦੀਆਂ ਨੇ, ਪੰਜਾਬ ਦੇ ਗੁਰਸਿੱਖਾਂ ਦੀਆਂ ਨੇ, ਪੰਜਾਬ ਦੇ ਕਿਸਾਨਾਂ ਦੀਆਂ ਨੇ, ਪੰਜਾਬ ਦੇ ਮਜ਼ਦੂਰ ਦੀਆਂ ਨੇ, ਪੰਜਾਬ ਦੇ ਗ੍ਰੰਥੀ ਸਿੰਘਾਂ ਦੀਆਂ ਨੇ, ਪੰਜਾਬ ਦੇ ਕੀਰਤਨੀਆਂ ਦੀਆਂ ਨੇ, ਪੰਜਾਬ ਦੇ ਕਥਾਵਾਚਕਾਂ ਦੀਆਂ ਨੇ, ਬਹੁਤ ਸਾਰੀਆਂ ਨੇ। ਪਰ ਜਿਹੜੇ ਲੋਕਾਂ ਨੇ ਅੱਜ ਇੰਦਰਜੀਤ ਨਿੱਕੂ ਦਾ ਹੱਥ ਫੜਿਆ ਹੈ, ਉਹ ਲੋਕ ਨੇ ਜਿਹੜੇ ਪੰਜਾਬ ਦੀ ਇਸ ਵਿਚਾਰਧਾਰਾ ਨੂੰ ਪਿਆਰ ਕਰਦੇ ਨੇ। ਸੋ ਜੇਕਰ ਇਸ ਸਾਰੇ ਮੁੱਦੇ ਦਾ ਜੇਕਰ ਅਸੀਂ ਕਨਕਲੂਜਨ ਵਾਲੇ ਪਾਸੇ ਜਾਂ ਇਹਦੇ ਕਹਿ ਸਕਦੇ ਹੋ ਕਿ ਇਹਦੇ ਮੂਲ ਵੱਲ ਜਾਈਏ ਤਾਂ ਮੂਲ ਇਹਦਾ ਇਹ ਹੈ ਕਿ ਇੰਦਰਜੀਤ ਨਿੱਕੂ ਨੂੰ ਜਿਹੜਾ ਮਾਨਸਿਕ ਤੌਰ ਦੇ ਉੱਪਰ ਤਣਾਅ ਜਾਂ ਮਾਨਸਿਕ ਕਮਜ਼ੋਰੀ ਜਿਹੜੀ ਸੀ ਉਸ ਸਾਧ ਦੇ ਕੋਲ ਲੈ ਕੇ ਗਈ, ਤੇ ਹੁਣ ਉਸ ਨੂੰ ਬਾਣੀ ਦੇ ਲੜ ਲੱਗ ਕੇ ਮੇਰੇ ਖਿਆਲ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਉਹ ਮੁੜਨਾ ਚਾਹੀਦਾ। ਤੇ ਇੰਨੀ ਕੁ ਮੇਰੀ ਬੇਨਤੀ ਹੈ, ਜੇ ਕਿਤੇ ਉਹ ਵੀਰ ਸੁਣਦਾ ਹੋਵੇ, ਕਿਤੇ ਗੁਰੂ ਪਾਤਸ਼ਾਹ ਦੇ ਕੋਲੋਂ ਜੇਕਰ ਉਹ ਖਿਮਾ ਜਾਚਨਾ ਕਰੇ, ਗੁਰੂ ਆਪਣੇ ਦੇ ਕੋਲੋਂ ਸਭ ਕੁਝ ਮੰਗੇ, ਤਾਂ ਜਿਹੜਾ ਗੁਰੂ ਹੈ ਉਹ ਸਰਬ ਕਲਾ ਸਮਰੱਥ ਹੈ, ਉਹ ਕਿਸੇ ਗੱਲ ਤੋਂ ਵਾਂਝਾ ਨਹੀਂ ਰੱਖੇਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।